ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਐਡੀ ਵੱਡੀ ਗਿਣਤੀ 'ਚ ਸਾਡੇ ਇਸ ਪ੍ਰੋਗਰਾਮ ਨਾਲ ਵਕਤ ਕੱਢ ਕੇ ਜੁੜਦੇ ਨੇ। ਬਹੁਤ ਧੰਨਵਾਦ ਜੀ ਡੱਲਾ ਜੀ। ਖਾਸ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ। ਸੋ ਗੱਲ ਕਰਾਂਗੇ ਕਿ ਆਖਿਰ ਕਿਵੇਂ ਦਿੱਲੀ ਛਾਪਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਥਿਤੀ ਜੋ ਹੈ ਮਜ਼ਬੂਤ ਬਣਦੀ ਜਾ ਰਹੀ ਹੈ। ਸਾਰੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੂਸਰੇ ਪਾਸੇ 2024 ਦੇ ਨੇੜੇ ਆਉਂਦਿਆਂ ਆਖਿਰ ਕਿਉਂ ਬੀਜੇਪੀ ਦੀਆਂ ਚਿੰਤਾਵਾਂ ਵੀ ਵੱਧਦੀਆਂ ਜਾ ਰਹੀਆਂ ਨੇ, ਤੇ ਨਾਲ ਦੀ ਨਾਲ ਪੰਜਾਬ ਵਿੱਚ ਜਿਹੜੀ FIR ਨੂੰ ਲੈ ਕੇ ਸਿਆਸਤ ਹੋ ਰਹੀ ਹੈ ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ ਦੂਜੇ ਪਾਸੇ ਪੰਜਾਬ ਦੇ ਜੋ 5 ਵਾਰ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਸਿਹਤ ਦਾ ਅਪਡੇਟ ਵੀ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਾਂਗੇ। ਸੋ ਡੱਲਾ ਜੀ, ਸ਼ੁਰੂਆਤ ਦੇ ਵਿੱਚ ਜੇਕਰ ਕੋਈ ਖਾਸ ਖਬਰ, ਕਿਸੇ ਖਾਸ ਖਬਰ ਦੀ ਟਿੱਪਣੀ ਦੇ ਨਾਲ ਪ੍ਰੋਗਰਾਮ ਦਾ ਵਿੱਚ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਸ਼ੁਰੂਆਤ ਕਰੋ, ਤਾਂ ਕਿ ਉਸ ਤੋਂ ਬਾਅਦ ਮੈਂ ਬਾਕੀ ਸਵਾਲਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਸਕਾਂ। ਹਰਜੋਤ ਜੀ, ਤੁਹਾਡੇ ਸਵਾਲ ਦੀ ਬਹੁਤ ਪੋਲੀਟੀਕਲ ਵੈਲਿਊ ਹੈ, ਸਿਆਸੀ ਅਹਿਮੀਅਤ ਬਹੁਤ ਜ਼ਿਆਦਾ ਇਸ ਸਵਾਲ ਦੀ। ਅਸਲ 'ਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਭਗਵੰਤ ਮਾਨ ਨੇ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰ ਲਈ ਹੈ। ਭਗਵੰਤ ਮਾਨ ਨੇ ਆਪਣਾ ਸਿਆਸੀ ਕੱਦ ਵੀ ਮਜ਼ਬੂਤ ਕੀਤਾ ਹੈ। ਔਰ ਜਿਹੜਾ ਤੁਹਾਡਾ ਸਵਾਲ ਹੈ ਕਿ ਦਿੱਲੀ 'ਚ CBI ਦੇ ਛਾਪੇ ਪੈਣ ਤੋਂ ਬਾਅਦ ਜਿਹੜੀਆਂ ਚਰਚਾਵਾਂ ਹੋ ਰਹੀਆਂ ਕਿ ਭਗਵੰਤ ਮਾਨ ਮਜ਼ਬੂਤ ਹੋ ਗਏ, ਉਹ ਕਿਵੇਂ? ਅਸਲ 'ਚ ਦਿੱਲੀ 'ਚ ਆਮ ਆਦਮੀ ਪਾਰਟੀ ਜਿਹੜੇ CBI ਦੇ ਛਾਪੇ ਸ਼ਰਾਬ ਦੀ ਪਾਲਿਸੀ 'ਤੇ ਪਏ ਨੇ, ਉਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਆਈ ਹੈ। BJP ਵੱਲੋਂ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਕਸਾਈਜ਼ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਔਰ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਐਕਸਾਈਜ਼ ਪਾਲਿਸੀ ਦੇ ਨਾਂ 'ਤੇ ਸਰਕਾਰੀ ਖਜ਼ਾਨੇ ਨੂੰ ਸੱਟ ਮਾਰੀ ਹੈ। ਸੋ ਕਿਤੇ ਨਾ ਕਿਤੇ ਇੱਕ ਨੀਤੀਗਤ ਫੈਸਲਿਆਂ ਦੇ ਵਿੱਚ ਕਮਜ਼ੋਰ ਲੀਡਰਸ਼ਿਪ ਦੇ ਤੌਰ 'ਤੇ BJP ਦਿੱਲੀ ਵਾਲੇ ਲੀਡਰਾਂ ਨੂੰ ਦਿਖਾ ਰਹੀ ਹੈ। ਔਰ ਸਤਿੰਦਰ ਜੈਨ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਨੇ, ਉਹ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ, ਉਹਨਾਂ ਦੀ ਹਜੇ ਤੱਕ ਜ਼ਮਾਨਤ ਨਹੀਂ ਹੋਈ। ਦੂਸਰਾ, ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਹਿਮਾਚਲ ਪ੍ਰਦੇਸ਼ ਦੀ ਦਿੱਤੀ ਗਈ ਸੀ, ਉਹ ਜੇਲ੍ਹ ਚਲੇ ਗਏ। ਹੁਣ ਅਰਵਿੰਦ ਕੇਜਰੀਵਾਲ ਲਗਾਤਾਰ ਆਪ ਬਿਆਨ ਦਿੰਦੇ ਨੇ ਕਿ ਮਨੀਸ਼ ਸਿਸੋਦੀਆ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੇ ਨੇ। ਦਿਮਾਗੀ ਤੌਰ 'ਤੇ ਆਮ ਆਦਮੀ ਪਾਰਟੀ ਤਿਆਰ ਹੈ ਕਿ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ। ਉਹ ਗੱਲ ਠੀਕ ਹੈ, ਮਨੀਸ਼ ਸਿਸੋਦੀਆ ਕਹਿ ਰਹੇ ਨੇ ਕਿ ਮੈਂ ਬੇਗੁਨਾਹ, ਮੈਂ ਬੇਕਸੂਰ ਹਾਂ। ਉਹ ਤਾਂ ਹੁਣ ਅਦਾਲਤਾਂ 'ਚ ਜਾ ਕੇ ਤੈਅ ਹੋਊਗਾ। ਉਹ ਤਾਂ ਹੁਣ ਅਦਾਲਤਾਂ ਤੈਅ ਕਰਨਗੀਆਂ ਵੀ ਕੀ ਦਿੱਲੀ ਦੀ ਐਕਸਾਈਜ਼ ਪਾਲਿਸੀ ਪਾਕ ਸਾਫ਼ ਹੈ। ਉਂਝ ਦਿੱਲੀ ਦੀ ਐਕਸਾਈਜ਼ ਪਾਲਿਸੀ 'ਤੇ ਕਈ ਸਵਾਲ ਖੜੇ ਹੁੰਦੇ ਨੇ ਹਰਜੋਤ ਜੀ। ਔਰ ਆਮ ਸਧਾਰਨ ਲੋਕ ਅਸੀਂ ਜਦੋਂ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇਖਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਨੇ, ਜਿਨ੍ਹਾਂ ਦਾ ਜਵਾਬ ਬੜੀ ਆਸਾਨੀ ਨਾਲ ਮਿਲਦਾ ਨਹੀਂ ਕਿ ਅਗਰ ਪਾਲਿਸੀ ਇੰਨੀ ਚੰਗੀ ਸੀ ਫਿਰ ਬਦਲਾ ਕੇ ਪਹਿਲਾਂ ਵਾਲੀ ਪਾਲਿਸੀ ਕਿਉਂ ਲਾਗੂ ਕਰਤੀ ਜਦੋਂ ਦੀ CBI ਜਾਂਚ ਸ਼ੁਰੂ ਹੋਈ ਹੈ। ਮੋਟੇ ਸਵਾਲ ਨੇ ਕਿ ਵਿਰੋਧੀ ਲਗਾਤਾਰ ਇਹ ਸਵਾਲ ਚੱਕਦੇ ਨੇ ਕਿ ਜਿਨ੍ਹਾਂ ਨੂੰ ਵੀ ਇਸ ਸ਼ਰਾਬ ਦੇ ਕਾਰੋਬਾਰ 'ਚ ਚੁਣਿਆ ਗਿਆ ਸੀ, ਜਿਹੜਾ ਥੋਕ ਵਾਲਾ ਉਹ ਥੋਕ ਦਾ ਕਰ ਸਕਦਾ ਸੀ, ਪਰਚੂਨ ਨਹੀਂ ਸੀ ਕਰ ਸਕਦਾ। ਪਰ ਕਈ 29 ਚਰਚਾਵਾਂ ਦੇ ਵਿੱਚ ਹੈ ਇਲਜ਼ਾਮਾਂ ਦੇ ਤੌਰ 'ਤੇ ਵਿਰੋਧੀ ਧਿਰ ਵੱਲੋਂ। ਔਰ ਕਿਤੇ ਨਾ ਕਿਤੇ ਅਗਰ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਆਉਂਦੇ ਦਿਨਾਂ ਦੇ ਵਿੱਚ, ਤੇ ਆਮ ਆਦਮੀ ਪਾਰਟੀ ਨੂੰ ਉਹਦੇ ਨਾਲ ਇੱਕ ਵੱਡਾ ਝਟਕਾ ਲੱਗਣਾ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਮਨੀਸ਼ ਸਿਸੋਦੀਆ ਵੀ ਇੱਕ ਵੱਡਾ ਚਿਹਰਾ ਬਣਾ ਰੱਖਿਆ ਆਮ ਆਦਮੀ ਪਾਰਟੀ ਨੇ। ਹੁਣ ਅਗਰ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਸਿਰਫ ਇੱਕ ਪਾਕ ਸਾਫ਼ ਵੱਡਾ ਲੀਡਰ ਉਹ ਖੁੰਝ ਜਾਏਗਾ ਆਮ ਆਦਮੀ ਪਾਰਟੀ ਤੋਂ, ਕਿਉਂਕਿ ਅਗਰ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਤਾਂ ਉਹਨਾਂ ਨੂੰ ਜੇਲ੍ਹ ਭੇਜਿਆ ਜਾਊਗਾ। ਫਿਰ ਇੱਕ ਭਗਵੰਤ ਮਾਨ ਬਚਦੇ ਨੇ ਜਿਹੜੇ ਮਨੀਸ਼ ਸਿਸੋਦੀਆ ਦੀ ਥਾਂ ਦੇ ਉੱਤੇ ਸਰਗਰਮ ਰਹਿਣਗੇ। ਹਿਮਾਚਲ ਦੇ ਵਿੱਚ ਪ੍ਰਸਿੱਧ ਵੀ ਨੇ ਭਗਵੰਤ ਮਾਨ। ਸੋ ਇਸ ਕਰਕੇ ਜ਼ਿੰਮੇਵਾਰੀ ਭਗਵੰਤ ਮਾਨ ਦੀ ਵੱਧ ਜਾਣੀ ਹੈ। ਔਰ ਬੜੀਆਂ ਸਿਆਸੀ ਚਰਚਾਵਾਂ ਨੇ ਕਿ ਪਿਛਲੇ ਕਈ ਦਿਨਾਂ ਤੋਂ ਰਾਘਵ ਚੱਡਾ ਜੀ ਘੱਟ ਸਰਗਰਮ ਨੇ ਪੰਜਾਬ 'ਚ। ਮੈਨੂੰ ਇਹ ਲੱਗ ਰਿਹਾ ਕਿ ਦਿੱਲੀ ਦੀ ਲੀਡਰਸ਼ਿਪ ਨੇ ਕਿਤੇ ਨਾ ਕਿਤੇ ਇਹ ਗੱਲ ਸੋਚ ਰੱਖੀ ਹੈ ਕਿ ਜਿਸ ਤਰ੍ਹਾਂ ਨਾਲ ਸਾਡੇ 'ਤੇ ਅਟੈਕ ਹੋ ਰਹੇ ਨੇ, CBI ਦਾ ਅਟੈਕ ਹੋ ਰਿਹਾ ਹੈ, ਹੁਣ ਸਕੂਲਾਂ ਦੀ ਜਾਂਚ ਦਿੱਲੀ ਦੇ ਵਿੱਚ ਸ਼ੁਰੂ ਹੋਈ ਹੈ। ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਸੀ ਆਮ ਆਦਮੀ ਪਾਰਟੀ ਨੇ, ਉਹਦੇ ਨਾਲ ਉਹ ਵੀ ਕੋਈ ਕਾਨੂੰਨੀ ਰਾਹ ਤਲਾਸ਼ ਰਹੇ ਨੇ ਆਮ ਆਦਮੀ ਪਾਰਟੀ ਨੂੰ ਨਜਿੱਠਣ ਲਈ। ਇਹ ਮਹਿਸੂਸ ਕਰ ਲਿਆ ਦਿੱਲੀ ਦੀ ਵੱਡੀ ਲੀਡਰਸ਼ਿਪ ਨੇ, ਖਾਸ ਤੌਰ 'ਤੇ ਉਹਨਾਂ 'ਚ ਅਰਵਿੰਦ ਕੇਜਰੀਵਾਲ, ਕਿ ਅਸੀਂ ਭਗਵੰਤ ਮਾਨ ਨੂੰ ਤਕੜੇ ਕਰਕੇ ਰੱਖਣਾ। ਔਰ ਜਿਹੜਾ ਬੇਲੋੜਾ ਦਖਲ ਸੀ ਕਿਤੇ ਨਾ ਕਿਤੇ, ਜਿਹੜੇ ਦੂਸਰੀ ਤੀਸਰੀ ਚੌਥੀ ਕਤਾਰ ਦੇ ਲੀਡਰ ਜਿਹੜੇ ਅਰਵਿੰਦ ਕੇਜਰੀਵਾਲ ਦੇ ਵੀ ਆਪਣੇ ਆਪ ਨੂੰ ਨੇੜੇ ਮੰਨਦੇ ਸੀ, ਜਿਹੜੇ ਬੇਲੋੜਾ ਦਖਲ ਦੇਣ ਦੀ ਕੋਸ਼ਿਸ਼ ਕਰਦੇ ਸੀ ਪੰਜਾਬ ਦੀ ਸਰਕਾਰ ਦੀ ਕਾਰਗੁਜ਼ਾਰੀ 'ਚ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਹੋਇਆ ਹੈ
ਕਿ ਜੋ ਹਾਲਾਤ ਬਣੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਤੇ ਦਬਾਅ ਨਹੀਂ ਪਾਇਆ ਜਾ ਸਕਦਾ ਔਰ ਭਗਵੰਤ ਮਾਨ ਤੇ ਫੈਸਲੇ ਲੈਣ ਦੀ ਆਜ਼ਾਦੀ ਕਹਿੰਦੇ ਦੁਬਾਰਾ ਬਣੀ ਹੈ ਔਰ ਹੁਣ ਭਗਵੰਤ ਮਾਨ ਬਹੁਤ ਸਾਰੇ ਫੈਸਲੇ ਨੇ ਜਿਹੜੇ ਉਹ ਬਹੁਤ ਨਿਰਪੱਖਤਾ ਦੇ ਨਾਲ ਲੈਂਦੇ ਨੇ। ਠੀਕ ਹੈ, ਹਮੇਸ਼ਾ ਜਿਹੜੀ ਪਾਰਟੀ ਹੈ, ਪਾਰਟੀ ਦਾ ਇੱਕ ਅਨੁਸ਼ਾਸਨ ਹੁੰਦਾ ਹੈ। ਅਗਰ ਭਗਵੰਤ ਮਾਨ ਪਾਰਟੀ ਨਾਲ ਸਲਾਹ ਮਸ਼ਵਰਾ ਕਰਦੇ ਨੇ ਉਹਦੇ 'ਚ ਕੋਈ ਬੁਰਾਈ ਵਾਲੀ ਗੱਲ ਨਹੀਂ, ਪਰ ਅਗਰ ਭਗਵੰਤ ਮਾਨ ਤੋਂ ਜੂਨੀਅਰ ਲੋਕ ਫੈਸਲੇ ਕਰਨ ਲੱਗ ਜਾਣ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਕ੍ਰੈਡੀਬਿਲਿਟੀ ਸੀ, ਜਿਹੜੀ ਭਰੋਸੇਯੋਗਤਾ ਸੀ ਭਗਵੰਤ ਮਾਨ ਦੀ, ਉਹਦੇ ਤੇ ਸਵਾਲ ਉੱਠ ਰਹੇ ਸੀ, ਜਿਹੜੇ ਹੁਣ ਆਪਣੇ ਆਪ ਸਵਾਲ ਮੂੰਹ ਦੇ ਮੂੰਹ ਡਿੱਗ ਗਏ ਕਿਉਂਕਿ ਭਗਵੰਤ ਮਾਨ ਤਕੜਾ ਹੋ ਗਿਆ ਤੇ ਦਿੱਲੀ ਦੀ ਲੀਡਰਸ਼ਿਪ ਕਿਤੇ ਨਾ ਕਿਤੇ ਸਵਾਲਾਂ 'ਚ ਆ ਗਈ। ਹੁਣ ਇਹ ਵੀ ਬਹੁਤ ਵੱਡੀਆਂ ਚਰਚਾਵਾਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਗੁਜਰਾਤ ਦੇ ਵਿੱਚ ਵੀ ਭਗਵੰਤ ਮਾਨ ਵੱਡਾ ਚਿਹਰਾ ਬਣਾਇਆ ਜਾਣਗੇ ਆਮ ਆਦਮੀ ਪਾਰਟੀ ਵੱਲੋਂ। ਭਗਵੰਤ ਮਾਨ ਆਪਣੀ ਇਮਾਨਦਾਰ ਛਵੀ ਕਰਕੇ ਔਰ ਕਰਪਸ਼ਨ ਦੇ ਖਿਲਾਫ ਜਿਹੜੀ ਪੰਜਾਬ 'ਚ ਭਗਵੰਤ ਮਾਨ ਨੇ ਲੜਾਈ ਛੇੜੀ ਹੈ, ਜਿਹੜੇ ਇੱਕ ਤੋਂ ਬਾਅਦ ਇੱਕ ਕਾਂਗਰਸੀ ਭਗਵੰਤ ਮਾਨ ਅੰਦਰ ਦੇ ਰਹੇ ਨੇ ਕਰਪਸ਼ਨ ਦੇ ਮਾਮਲਿਆਂ ਦੇ ਵਿੱਚ, ਉਸ ਤੋਂ ਬਾਅਦ ਭਗਵੰਤ ਮਾਨ ਦੀ ਕਰਪਸ਼ਨ ਖਿਲਾਫ ਜਿਹੜੀ ਲੜਾਈ ਹੈ ਇਹੀ ਉਹਨਾਂ ਨੂੰ ਇੱਕ ਪੋਲੀਟੀਕਲ ਬ੍ਰਾਂਡ ਦੇ ਤੌਰ ਤੇ ਖੜਾ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ 'ਚ ਕਿਤੇ ਨਾ ਕਿਤੇ ਭਗਵੰਤ ਮਾਨ ਕੌਮੀ ਪੱਧਰ ਤੇ ਹੀ ਇੱਕ ਉਭਾਰ ਵਾਲੇ ਲੀਡਰ ਦੇ ਤੌਰ ਤੇ ਉੱਭਰੇ ਨੇ। ਇਹੀ ਕਾਰਨ ਹੈ ਕਿ ਹੁਣ ਉਹ ਦਿੱਲੀ ਦੀ ਲੌਬੀ ਜਿਹੜੀ ਕਿਸੇ ਸਮੇਂ ਸੋਚਦੀ ਸੀ ਕਿ ਭਗਵੰਤ ਮਾਨ ਤੋਂ ਅਸੀਂ ਮਰਜ਼ੀ ਦੇ ਫੈਸਲੇ ਕਰਾ ਲਾਂਗੇ, ਹੁਣ ਉਹ ਵੇਲਾ ਨਹੀਂ ਰਿਹਾ ਜਦੋਂ ਭਗਵੰਤ ਮਾਨ ਇਹ ਉਮੀਦ ਕਰਦੇ ਸੀ ਕਿ ਦਿੱਲੀ ਦੀ ਲੀਡਰਸ਼ਿਪ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਉਸ ਵੇਲੇ ਬਹੁਤ ਸਾਰੇ ਦਿੱਲੀ ਦੇ ਲੀਡਰ ਕਿਤੇ ਨਾ ਕਿਤੇ ਉਹ ਫੈਸਲਾ ਕੁੰਨ ਰਹਿੰਦੇ ਸੀ, ਪਰ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀ ਕਾਰਗੁਜ਼ਾਰੀ ਕਰਕੇ ਉਹ ਠੀਕ ਹੈ, ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਾਅਦੇ ਨੇ ਜਿਹੜੇ ਉਸ ਰੂਪ 'ਚ ਨਹੀਂ ਆਏ ਜ਼ਮੀਨ ਤੇ ਜਿਵੇਂ ਆਉਣੇ ਚਾਹੀਦੇ ਸੀ। ਕਮੀਆਂ ਹਮੇਸ਼ਾ ਹੁੰਦੀਆਂ ਨੇ, 100% ਸੰਤੁਸ਼ਟ ਨਹੀਂ ਕਿਸੇ ਨੂੰ ਕੀਤਾ ਜਾ ਸਕਦਾ। ਠੀਕ ਹੈ, ਐਕਸਾਈਜ਼ ਪਾਲਿਸੀ ਪੰਜਾਬ ਵਾਲੀ ਵੀ ਮੈਨੂੰ ਬਹੁਤੀ ਪਸੰਦ ਨਹੀਂ ਹੈ, ਬਹੁਤ ਲੋਕਾਂ ਨੂੰ ਪਸੰਦ ਨਹੀਂ ਹੈ। ਸ਼ਰਾਬ ਪਾਲਿਸੀ, ਐਕਸਾਈਜ਼ ਪਾਲਿਸੀ ਪੰਜਾਬ ਵਾਲੀ ਵਧੀਆ ਨਹੀਂ। ਮਾਈਨਿੰਗ ਪਾਲਿਸੀ ਵੀ ਉਹੋ ਜਿਹੀ ਨਹੀਂ ਹੈ ਜਿਹਦੇ ਨਾਲ ਲੋਕਾਂ ਨੂੰ ਸਸਤਾ ਰੇਤਾ ਮਿਲੇ। ਦੇਖੋ, ਲੋਕਾਂ ਨੇ ਲੈਂਟਰ ਨਹੀਂ ਪਾਏ ਆਪਣੇ ਮਕਾਨਾਂ ਦੇ, ਕੰਧਾਂ ਚਿਣੀਆਂ ਦੀਆਂ ਚਿਣੀਆਂ ਰਹਿ ਗਈਆਂ ਪੰਜਾਬ 'ਚ। ਭਗਵੰਤ ਮਾਨ ਸਾਹਿਬ ਜਿਵੇਂ ਟੋਲ ਤੇ ਗਏ ਨੇ, ਕੱਲ ਮੈਂ ਗੱਲ ਕਰਦਾ, ਜਰਾ ਗੇੜਾ ਕੱਢ ਕੇ ਆਉਣ ਪਿੰਡਾਂ 'ਚ। ਲੋਕਾਂ ਨੇ 6-6 ਮਹੀਨੇ ਹੋਏ, ਜਿੱਥੇ ਤੱਕ ਕੰਧ ਚਿਣੀ ਗਈ ਉੱਥੇ ਤੱਕ ਰੋਕਤੀ। ਰੇਤੇ ਦਾ ਮੁੱਲ ਸੋਨੇ ਨਾਲੋਂ ਮਹਿੰਗਾ ਹੋ ਗਿਆ ਪ੍ਰਤੀ ਗ੍ਰਾਮ। ਤੁਸੀਂ ਦੇਖੋ, ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ। ਰੇਤਾ ਤਾਂ ਕਰਪਟ ਲੋਕਾਂ ਦੇ ਰਾਜ ਦੇ ਵਿੱਚ ਇੰਨਾ ਜ਼ਿਆਦਾ ਮਹਿੰਗਾ ਨਹੀਂ ਸੀ ਜਿੰਨਾ ਇਮਾਨਦਾਰੀ 'ਚ ਮਹਿੰਗਾ ਵਿਕ ਰਿਹਾ। ਸੋ ਇਸ ਕਰਕੇ ਕਮੀਆਂ ਹੈਗੀਆਂ ਨੇ ਭਗਵੰਤ ਮਾਨ ਦੇ ਰਾਜ 'ਚ। ਇਹ ਨਹੀਂ ਵੀ 100% ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆ ਗਿਆ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਦੇਣਾ ਹੈ। ਕੋਸ਼ਿਸ਼ ਕੀਤੀ ਹੈ, ਕਰਪਸ਼ਨ ਦੇ ਖਿਲਾਫ ਵੱਡੀ ਲੜਾਈ ਵਿੱਢੀ ਹੈ। ਦਾਅਵੇ ਹੋ ਰਹੇ ਨੇ 20-22 ਲੱਖ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਹੋ ਗਏ। ਕਿਸੇ ਹੱਦ ਤੱਕ ਠੀਕ ਹੈ, ਪਰ ਪਹਿਲਾਂ ਵੀ 200 ਯੂਨਿਟ ਸਾਡੇ ਜ਼ਰੂਰਤਮੰਦ ਸਾਥੀਆਂ ਨੂੰ ਮਿਲਦੇ ਸੀ ਪਹਿਲਾਂ ਵੀ। ਦਿੱਕਤ ਕਿੱਥੇ ਹੈ? ਪੈਟਰੋਲ ਤੇ ਡੀਜ਼ਲ ਸਸਤਾ ਨਹੀਂ ਕੀਤਾ, ਚੰਨੀ ਕਰ ਗਿਆ ਸੀ। ਭਗਵੰਤ ਮਾਨ ਨਾਲੋਂ ਚੰਨੀਬਾਜ਼ੀ ਮਾਰ ਗਿਆ, ਪੈਟਰੋਲ ਡੀਜ਼ਲ ਸਸਤੇ ਕਰ ਗਏ ਸੀ ਚਰਨਜੀਤ ਚੰਨੀ। ਚਲੋ, ਇਹਨਾਂ ਫਰੰਟਾਂ 'ਤੇ ਤਾਂ ਭਗਵੰਤ ਮਾਨ ਦੀ ਚੁਣੌਤੀ ਬਰਾਬਰ ਰਹੇਗੀ, ਪਰ ਦਿੱਲੀ ਦੇ ਬਦਲੇ ਹਾਲਾਤਾਂ 'ਚ, ਦਿੱਲੀ ਦੀ ਆਮ ਆਦਮੀ ਪਾਰਟੀ ਦੇ ਬਦਲੇ ਹਾਲਾਤਾਂ 'ਚ ਭਗਵੰਤ ਮਾਨ ਮਜ਼ਬੂਤ ਹੋਏ ਨੇ ਔਰ ਕਰਪਸ਼ਨ ਦੇ ਖਿਲਾਫ ਭਗਵੰਤ ਮਾਨ ਦੀ ਜਿਹੜੀ ਲੜਾਈ ਹੈ ਉਹ ਹੁਣ ਤੱਕ ਦੀ ਪੰਜਾਬ ਦੇ ਕਿਸੇ ਵੀ ਮੁੱਖ ਮੰਤਰੀ ਵੱਲੋਂ ਇਹ ਵੱਡੀ ਲੜਾਈ ਛੇੜੀ ਗਈ ਹੈ। ਅੱਜ ਤੱਕ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਕਰਪਸ਼ਨ ਦੇ ਖਿਲਾਫ ਅਜਿਹਾ ਸਟੈਂਡ ਨਹੀਂ ਰੱਖਿਆ, ਜਿਹਦੇ ਕਰਕੇ ਭਗਵੰਤ ਮਾਨ ਪਸੰਦ ਆ ਰਹੇ ਨੇ ਲੋਕਾਂ ਨੂੰ। ਮੈਂ 2-3 ਦਿਨ ਪਹਿਲਾਂ ਮੈਂ ਆਟੋਆਂ ਦੇ ਵਿੱਚ, ਮੈਂ ਮੋਹਾਲੀ ਚੰਡੀਗੜ੍ਹ ਗਿਆ ਸੀ ਹਰਜੋਤ ਜੀ, ਮੈਂ ਆਟੋਆਂ 'ਚ ਸਫ਼ਰ ਕੀਤਾ 1-2 ਦਿਨ ਪਹਿਲਾਂ, ਤੇ ਮੈਂ ਜਦੋਂ ਆਟੋ 'ਚ ਬੈਠਾ ਤੇ ਪੰਜਾਬ ਦੇ 3 ਵੀਲਰ ਵਾਲੇ ਵੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਕਿ ਕਰਪਸ਼ਨ ਦੇ ਖਿਲਾਫ ਭਗਵੰਤ ਮਾਨ ਨੇ ਚੰਗਾ ਹੱਲਾ ਬੋਲ ਰੱਖਿਆ। ਸੋ ਕਰਪਸ਼ਨ ਦੇ ਖਿਲਾਫ ਹੱਲਾ ਬੋਲਿਆ ਜਾਣਾ ਚਾਹੀਦਾ। ਮੈਂ ਗੱਲ ਕਰੂੰਗਾ ਅਖੀਰ 'ਚ ਟੈਂਡਰ ਘਟਾਲੇ ਦੀ ਵੀ, ਕਿਉਂਕਿ ਉਹ ਜ਼ਰੂਰੀ ਹੈ। ਪਰ ਕੱਲ ਭਗਵੰਤ ਮਾਨ ਨੇ ਟੋਲ ਬੰਦ ਕਰਾਤੇ 2। ਅਸਲ 'ਚੋਂ ਟੋਲ ਵੈਸੇ ਹੀ ਬੰਦ ਹੋ ਜਾਣੇ ਸੀ। ਉਹਨਾਂ ਨੇ ਸਰਕਾਰ ਨੂੰ ਦਰਖਾਸਤ ਦਿੱਤੀ ਸੀ ਕਿ ਸਾਨੂੰ 6 ਮਹੀਨੇ ਦਾ ਸਮਾਂ ਵਧਾ ਦਿਓ। ਕੋਵਿਡ ਸਮੇਂ ਸਾਡਾ ਬਹੁਤ ਨੁਕਸਾਨ ਹੋਇਆ ਤੇ ਕਿਸਾਨ ਅੰਦੋਲਨ 'ਚ ਸਾਡਾ ਬਹੁਤ ਨੁਕਸਾਨ ਹੋਇਆ। 2015 ਦਾ ਇਹ ਟੋਲ ਚੱਲਦਾ ਸੀ ਤੇ ਇਹਨੇ ਕੱਲ ਰਾਤ ਨੂੰ ਹੀ 12 ਵਜੇ ਤੱਕ ਇਹਦਾ ਸਮਾਂ ਸੀ, ਇਹਨੇ ਬੰਦ ਹੋ ਜਾਣਾ ਸੀ। ਸੋ ਟੋਲ ਵਧਾਉਣ ਦੀ ਅਰਜ਼ੀ ਪੰਜਾਬ ਸਰਕਾਰ ਨੇ ਨਾਮਨਜ਼ੂਰ ਕਰਤੀ ਸੀ, ਜਿਸ ਕਰਕੇ ਟੋਲ ਬੰਦ ਹੋਣਾ ਹੀ ਸੀ। ਪਰ ਦਿਨੇ ਭਗਵੰਤ ਮਾਨ ਆਪ ਗਏ ਔਰ ਉਹਨਾਂ ਨੇ ਦਿਖਾਇਆ ਕਿ ਦੇਖੋ ਕਿਵੇਂ ਇੱਕ ਮੁੱਖ ਮੰਤਰੀ ਟੋਲ ਬੰਦ ਕਰਾ ਸਕਦਾ ਹੈ ਆ ਕੇ, ਕਿਉਂਕਿ ਸੰਗਰੂਰ ਉਹਨਾਂ ਦਾ ਲੋਕ ਸਭਾ ਹਲਕਾ ਵੀ ਰਿਹਾ ਜਿੱਥੇ ਇਸ ਵਾਰ ਉਹਨਾਂ ਦੀ ਪਾਰਟੀ ਹਾਰ ਗਈ। ਸੋ ਇਸ ਕਰਕੇ ਭਗਵੰਤ ਮਾਨ ਉੱਥੇ ਗਏ, ਚੰਗੀ ਗੱਲ ਹੈ। ਪਰ ਭਗਵੰਤ ਮਾਨ ਸਾਹਿਬ ਇਹ ਵੀ ਦੇਖਣ ਕਿ ਦੂਸਰੇ ਟੋਲਾਂ ਦੇ ਮੁੱਲ ਬਹੁਤ ਵੱਧ ਰਹੇ ਨੇ। ਸਾਡੇ ਇੱਕ ਮਿੱਤਰ ਨੇ, ਉਹਨਾਂ ਨੇ ਕਾਰ ਲਈ,
ਉਹ ਜਲੰਧਰ ਦੇ ਨੇ, ਉਹ ਲੁਧਿਆਣੇ ਨਹੀਂ ਜਾ ਰਹੇ, ਉਹ ਜਲੰਧਰ ਹੀ ਨਹੀਂ ਜਾ ਰਹੇ, ਕਹਿੰਦੇ ਟੋਲ ਬਹੁਤ ਵੱਧ ਗਿਆ। ਵੀ ਮੇਰਾ ਆਉਣ ਜਾਣ ਦਾ ਹੀ 250-300 ਰੁਪਇਆ ਐਂ ਦੱਸ ਰਹੇ ਸੀ ਟੋਲ ਦਾ ਲੱਗ ਜਾਂਦਾ। ਸੋ ਇਸ ਕਰਕੇ ਟੋਲ ਦੇ ਮੁੱਲ ਲਗਾਤਾਰ ਵਧੀ ਜਾ ਰਹੇ ਨੇ। ਉਸ ਪਾਸੇ ਵੀ ਭਗਵੰਤ ਮਾਨ ਸਾਹਿਬ ਧਿਆਨ ਦੇਣ, ਤੇ ਜਿਹੜੇ ਟੋਲ ਬੰਦ ਹੋਣ ਵਾਲੇ ਸੀ ਉਹ ਤਾਂ ਬੰਦ ਹੋ ਹੀ ਜਾਣੇ ਸੀ। ਸਵਾਦ ਆ ਜੇ ਭਗਵੰਤ ਮਾਨ ਸਾਹਿਬ, ਜਿੰਨੇ ਪੰਜਾਬ 'ਚ ਟੋਲ ਹੈ ਜੇ 5-7 ਹੋਰ ਬੰਦ ਕਰਾ ਦਿਓ, ਕਿਉਂਕਿ ਲੋਕ ਬੜੇ ਔਖੇ ਨੇ। ਕਿਸਾਨ ਅੰਦੋਲਨ 'ਚ ਲੋਕਾਂ ਦੀ, ਆਮ ਲੋਕਾਂ ਦੀ ਖੁਸ਼ੀ ਇਸ ਗੱਲ ਦੀ ਬਹੁਤ ਸੀ ਕਿ ਕਿਸਾਨਾਂ ਨੇ ਐਡੀ ਤਾਕਤ ਦਿਖਾਈ ਕਿ ਟੋਲ ਲੰਮਾ ਸਮਾਂ ਬੰਦ ਰਹੇ। ਉਂਝ ਟੋਲ ਵਾਲੀਆਂ ਸੜਕਾਂ ਚੰਗੀਆਂ ਬਣੀਆਂ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਨਫਰਾਸਟ੍ਰਕਚਰ ਤਾਂ ਬਣਿਆ, ਪਰ ਜਦੋਂ ਕਮਾਈ ਦਾ ਸਾਧਨ ਨਾ ਹੋਵੇ ਤੇ ਸਹੂਲਤਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਵਿੱਚ ਮੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ। ਸੋ ਬਿਜਲੀ ਦਾ ਮੁੱਲ ਘਟਾ ਕੇ ਭਗਵੰਤ ਮਾਨ ਉਹਨਾਂ ਨੇ ਜਿਹੜੀ ਪ੍ਰਸਿੱਧੀ ਖੱਟੀ ਹੈ, ਦੂਜੇ ਪਾਸੇ ਲੋਕ ਨਾਰਾਜ਼ ਵੀ ਨੇ ਕਿ ਤੁਸੀਂ ਪੈਟਰੋਲ ਡੀਜ਼ਲ ਦਾ ਮੁੱਲ ਨਹੀਂ ਘਟਾ ਰਹੇ ਤੇ ਖੇਤੀ 'ਚ ਬਹੁਤ ਜ਼ਿਆਦਾ ਲਾਗਤ ਪੈ ਰਹੀ ਹੈ। ਉਦਯੋਗ ਜਿੱਥੇ ਡੀਜ਼ਲ ਬਾਲ ਕੇ ਕੰਮਕਾਰ ਚੱਲਦੇ ਨੇ, ਰਾਤ ਦੀਆਂ ਸ਼ਿਫਟਾਂ ਚੱਲਦੀਆਂ ਨੇ, ਉੱਥੇ ਡੀਜ਼ਲ ਕਰਕੇ ਮਹਿੰਗਾਈ ਬਹੁਤ ਵਧੀ ਹੋਈ ਹੈ। ਸੋ ਇਸ ਪਾਸੇ ਵੀ ਭਗਵੰਤ ਮਾਨ ਸੋਚਣ। ਪਰ ਪੋਲੀਟੀਕਲ ਤੌਰ ਤੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਸਵਾਲਾਂ 'ਚ ਹੈ, ਉਹਦੇ ਕਰਕੇ ਜ਼ਰੂਰ ਭਗਵੰਤ ਮਾਨ ਮਜ਼ਬੂਤ ਹੋਏ ਨੇ ਔਰ ਪੰਜਾਬ 'ਚ ਇੱਕ ਖੁਦ ਮੁਖਤਿਆਰ ਮੁੱਖ ਮੰਤਰੀ ਦੇ ਤੌਰ ਤੇ ਨਜ਼ਰ ਆਉਂਦੇ ਨੇ ਭਗਵੰਤ ਮਾਨ। ਡੱਲਾ ਜੀ, ਅੱਗੇ ਗੱਲ ਕਰੀਏ ਤਾਂ ਜਿਵੇਂ 2024 ਨੇੜੇ ਆ ਰਹੀ ਹੈ, ਉਵੇਂ ਹੀ ਬੀਜੇਪੀ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਘਟ ਨਹੀਂ ਰਹੀਆਂ। ਇੱਕ ਪਾਸੇ ਰਾਹੁਲ ਗਾਂਧੀ ਹੈ ਤਾਂ ਇੱਕ ਪਾਸੇ ਅਰਵਿੰਦ ਕੇਜਰੀਵਾਲ ਹੈ। ਬੀਜੇਪੀ ਆਖਿਰ ਚਿੰਤਿਤ ਕਿਉਂ ਹੈ? ਇਹ ਵੀ ਜਾਣਨਾ ਜ਼ਰੂਰ ਚਾਹਾਂਗੇ ਤੁਹਾਡੇ ਤੋਂ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ, ਪਰ ਜਿੰਨਾ ਜ਼ੋਰ ਲੱਗ ਰਿਹਾ ਹੈ ਉਹੋ ਜਿਹੇ ਨਤੀਜੇ ਸਾਹਮਣੇ ਨਹੀਂ ਆ ਰਹੇ। ਕੀ ਹੋਰ ਚਿੰਤਾ ਦੇ ਵਿਸ਼ੇ ਬਣੇ ਹੋਏ ਨੇ ਹੁਣ ਬੀਜੇਪੀ ਦੇ ਲਈ? ਹਰਜੋਤ ਜੀ, ਬੀਜੇਪੀ ਦੀ ਚਿੰਤਾ ਦੇ ਬਹੁਤ ਸਾਰੇ ਕਾਰਨ ਹੈ। ਮੁਲਕ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ, ਲੋਕ ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਨੇ, ਭਾਵੇਂ ਅੰਕੜੇ ਬੜੇ ਤਕੜੇ ਦਿਖਾਏ ਜਾ ਰਹੇ ਨੇ, ਪਰ ਮਹਿੰਗਾਈ ਦਰ ਬਹੁਤ ਵੱਧ ਗਈ। ਔਰ ਮੁਲਕ ਦੇ ਵਿੱਚ ਇਹ ਵੀ ਗੱਲ ਇੱਕ ਬੜੀ ਹੈਰਾਨੀ ਵਾਲੀ ਹੈ ਕਿ ਨਰਿੰਦਰ ਮੋਦੀ ਦੇ ਮੁਕਾਬਲਤਨ ਕੋਈ ਅਜਿਹਾ ਲੀਡਰ ਨਹੀਂ ਹੈ ਜਿਹੜਾ ਪੂਰੇ ਦੇਸ਼ 'ਚ ਪ੍ਰਭਾਵ ਰੱਖਦਾ ਹੋਵੇ। ਅਰਵਿੰਦ ਕੇਜਰੀਵਾਲ ਉੱਠ ਰਹੇ ਨੇ ਥੋੜ੍ਹੇ ਪੂਰੇ ਦੇਸ਼ ਦੇ ਲੀਡਰ ਦੇ ਤੌਰ ਤੇ, ਪਰ ਉਹਨਾਂ ਦਾ ਦਾਇਰਾ ਹਜੇ ਉਸ ਪੱਧਰ ਦਾ ਨਹੀਂ ਪਹੁੰਚਿਆ ਜਿਸ ਪੱਧਰ ਤੇ ਨਰਿੰਦਰ ਮੋਦੀ ਨੂੰ ਮੁਕਾਬਲਾ ਦਿੱਤਾ ਜਾ ਸਕੇ। ਇੱਕ ਦੋ ਸੂਬਿਆਂ 'ਚ ਤਕੜੇ ਹੋਣ ਨਾਲ ਗੱਲ ਨਹੀਂ ਬਣਦੀ। ਨੀਤੀਗਤ ਜਿਹੜੀ ਅਪਰੋਚ ਹੈ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ। ਸਿਰਫ ਸਕੂਲ ਤੇ ਸਿੱਖਿਆ ਦੀ ਗੱਲ ਕਰਕੇ ਮੁਲਕ 'ਚ ਇੱਕ ਸਰਕਾਰ ਤਬਦੀਲੀ ਦਾ ਰਾਹ ਬੜਾ ਔਖਾ ਹੈ। ਸੂਬੇ ਨੂੰ ਜਿੱਤਿਆ ਜਾ ਸਕਦਾ, ਸੂਬਾ ਜਿੱਤਿਆ ਵੀ ਹੈ ਇਹਨਾਂ ਨੇ, ਪਰ ਪੰਜਾਬ 'ਚ ਮੈਂ ਕਹਿੰਦਾ ਆਮ ਆਦਮੀ ਪਾਰਟੀ ਨਹੀਂ ਜਿੱਤੀ। ਪੰਜਾਬ 'ਚ ਕਾਂਗਰਸ ਆ ਰਹੀ ਹੈ, ਜਿਹੋ ਜਿਹੀਆਂ ਇਲਤਾਂ ਕਰਦੀ ਰਹੀ ਹੈ ਕਾਂਗਰਸ ਕਰਪਸ਼ਨ ਦੇ ਮਾਮਲੇ 'ਚ, ਉਸ ਕਰਕੇ ਕਾਂਗਰਸ ਦਾ ਹਾਰਨਾ ਤੈਅ ਸੀ। ਸੋ ਜੇ ਕਿਸ਼ਤੀ 'ਚ ਆਪ ਹੀ ਤੁਸੀਂ ਸੁਰਾਖ ਕਰ ਲਓ ਤੇ ਦੇਰ ਸਵੇਰ ਡੁੱਬਣੀ ਹੈ। ਕਾਂਗਰਸ ਨੇ ਤਾਂ ਉਹ ਕੰਮ ਕੀਤਾ ਪੰਜਾਬ ਦੇ ਵਿੱਚ, ਜਾਣ ਬੁੱਝ ਕੇ ਕਾਂਗਰਸ ਨੇ ਇਲਤਾਂ ਕੀਤੀਆਂ ਨੇ ਤੇ ਹਾਰੀ ਆ ਕਾਂਗਰਸ। ਪਰ ਬੀਜੇਪੀ ਦੀ ਚਿੰਤਾ ਇਹ ਹੈ ਕਿ ਬੀਜੇਪੀ ਨੂੰ ਇਹ ਚਿੰਤਾ ਨਹੀਂ ਕਿ ਸਾਨੂੰ ਕੋਈ ਹਰਾ ਦੂ, ਬੀਜੇਪੀ ਨੂੰ ਇਹ ਚਿੰਤਾ ਹੈ ਕਿ ਸਾਡੀ ਪ੍ਰਸਿੱਧੀ ਕਿਉਂ ਨਹੀਂ ਵੱਧ ਰਹੀ। ਬੀਜੇਪੀ ਦਾਅਵਾ ਕਰਦੀ ਹੈ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ, ਲੇਕਿਨ ਮਹਿੰਗਾਈ ਨਹੀਂ ਘਟ ਰਹੀ, ਬੇਰੁਜ਼ਗਾਰੀ ਨਹੀਂ ਘਟ ਰਹੀ, ਖੇਤੀਬਾੜੀ ਸੈਕਟਰ ਸੰਤੁਸ਼ਟ ਨਹੀਂ, ਨੌਕਰੀਆਂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ ਔਰ ਨੌਕਰੀਆਂ ਦੇ ਮਾਮਲੇ ਦੇ ਵਿੱਚ ਨਵੇਂ ਉਦਯੋਗ ਨਹੀਂ ਆ ਰਹੇ ਸਾਡੇ ਮੁਲਕ 'ਚ। ਸੂਚਨਾ ਕ੍ਰਾਂਤੀ ਦੇ ਨਾਲ ਵੀ ਕੋਈ ਬਹੁਤ ਵੱਡਾ ਰੁਜ਼ਗਾਰ ਮੁਲਕ 'ਚ ਪੈਦਾ ਨਹੀਂ ਹੋਇਆ, ਕਿਉਂਕਿ ਅਸੀਂ ਅੱਜ ਤੱਕ ਗੂਗਲ ਵਰਗੇ ਸਾਧਨ ਦੂਜੇ ਮੁਲਕਾਂ ਦੇ ਵਰਤੀ ਜਾਂਦੇ ਹਾਂ। ਜਿੱਦਣ ਅਸੀਂ ਗੂਗਲ ਵਰਗਾ ਪਲੇਟਫਾਰਮ ਇੰਡੀਆ 'ਚ ਆਪਣਾ ਬਣਾਤਾ, ਉਸ ਦਿਨ ਵੱਡੀ ਗਿਣਤੀ 'ਚ ਲੋਕਾਂ ਨੂੰ ਇੰਪਲੋਇਮੈਂਟ ਮਿਲੂਗੀ। ਜਿਵੇਂ ਚੀਨ ਦੇ ਵਿੱਚ ਸੋਸ਼ਲ ਮੀਡੀਆ ਉਹਨਾਂ ਦਾ ਆਪਣਾ ਹੈ। ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਜ਼ਮੀਨੀ ਤੌਰ ਤੇ ਪ੍ਰਭਾਵ ਪਾਉਂਦੇ ਨੇ। ਔਰ ਗੱਲ ਤਾਂ ਇੱਥੋਂ ਤੱਕ ਕਹੀ ਸੀ ਮੋਦੀ ਸਾਹਿਬ ਨੇ ਕਿ 2022 ਤੱਕ ਹਰ ਕਿਸੇ ਨੂੰ ਆਪਣਾ ਘਰ ਮਿਲ ਜੂ। ਮੈਨੂੰ ਅੱਜ ਤੱਕ ਨਹੀਂ ਮਿਲਿਆ, ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਨੂੰ ਨਹੀਂ ਮਿਲਿਆ ਹੋਣਾ। ਸੋ ਗੱਲ ਹਾਸੇ ਦੀ ਨਹੀਂ, ਗੱਲ ਗੰਭੀਰਤਾ ਵਾਲੀ ਹੈ ਕਿ ਹਵਾਈ ਸੁਪਨਿਆਂ ਦੇ ਨਾਲ ਯਾਤਰਾਵਾਂ ਨਹੀਂ ਹੁੰਦੀਆਂ। ਉਹ ਤਾਂ ਬੰਦਾ ਜਦੋਂ ਸਵੇਰੇ ਉੱਠਦਾ ਉਹ ਕਹਿੰਦਾ ਮੈਂ ਤਾਂ ਉਸੇ ਮੰਜੇ ਤੇ ਹੀ ਹਾਂ। ਸੋ ਹਕੀਕਤ ਦੀ ਉਡਾਨ ਭਰਨ ਦੇ ਲਈ ਬੜਾ ਜ਼ਰੂਰੀ ਹੈ ਕਿ ਬਹੁਤ ਵੱਡੇ ਨੀਤੀਗਤ ਬਦਲਾਅ ਮੁਲਕ ਦੇ ਵਿੱਚ ਕੀਤੇ ਜਾਣ। ਰੁਜ਼ਗਾਰ ਦੇ ਸਾਧਨ ਬਹੁਤ ਹੋ ਸਕਦੇ ਨੇ, ਸਰਕਾਰ ਉਸ ਪਾਸੇ ਇਨਵੈਸਟਮੈਂਟ ਕਰੇ, ਖਰਚਾ ਕਰੇ। ਐਵੇਂ ਨਹੀਂ ਸਾਡੇ ਵਿਦਿਆਰਥੀ ਲੱਖਾਂ ਰੁਪਏ ਦੇ ਕੇ ਦੂਸਰੇ ਮੁਲਕਾਂ 'ਚ ਪੜ੍ਹਨ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਜਿਹੜਾ ਸਿਸਟਮ ਹੈ ਉਹ ਨੌਕਰੀ ਦੇਣ ਵਾਲਾ ਸਿਸਟਮ ਹੈ ਨਹੀਂ ਉਰੇ।
ਸੋ ਬੀਜੇਪੀ ਦੀਆਂ ਚਿੰਤਾਵਾਂ ਇਹ ਨੇ ਆ ਹੁਣ ਠੀਕ ਹੈ, ਹਾਲਾਂਕਿ ਮੈਂ ਉਸ ਗੱਲ ਦਾ ਹਾਮੀ ਹਾਂ ਜਿਹੜੀ ਸਕੀਮ ਫੌਜ ਦੇ ਵਿੱਚ ਭਰਤੀ ਦੀ ਆਈ ਸੀ, ਪਰ ਸਰਕਾਰ ਕੋਲੇ ਰਾਹ ਕੋਈ ਨਹੀਂ, ਹੋਰ ਸਰਕਾਰ ਕੋਲੇ ਰਾਹ ਕੋਈ ਨਹੀਂ। ਫੌਜ ਦੇ ਵਿੱਚ ਵੀ ਕਿੰਨੀ ਭਰਤੀ ਹੋ ਜਾਊਗੀ, ਇਸ ਕਰਕੇ ਚਿੰਤਾਵਾਂ ਬੀਜੇਪੀ ਦੀਆਂ ਬਹੁਤ ਜ਼ਿਆਦਾ। ਔਰ ਜੇ ਮੈਂ ਖੇਤਰੀ ਪੱਧਰ ਤੇ ਗੱਲ ਕਰਾਂ ਪੰਜਾਬ ਵਾਲੇ ਪਾਸੇ, ਪੰਜਾਬ 'ਚ ਬੀਜੇਪੀ ਦੀ ਚਿੰਤਾ ਇਹ ਹੈ ਕਿ ਬੀਜੇਪੀ ਕੋਲੇ ਪੰਜਾਬ 'ਚ ਖੇਤਰੀ ਲੀਡਰ ਹੈ ਨਹੀਂ। ਬੀਜੇਪੀ ਦੂਸਰੀਆਂ ਪਾਰਟੀਆਂ ਤੋਂ ਬੀਜੇਪੀ ਚਾਹੇ ਲੀਡਰਾਂ ਦੇ ਦਮ ਦੇ ਉੱਤੇ ਅੱਗੇ ਵਧਣਾ ਚਾਹੁੰਦੀ ਹੈ, ਨਾ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰ ਸਕੀ ਬੀਜੇਪੀ। ਠੀਕ ਹੈ, ਸ਼ਹਿਰੀ ਖੇਤਰ 'ਚ ਬੀਜੇਪੀ ਦਾ ਗ੍ਰਾਫ ਚੜ੍ਹਿਆ, ਸ਼ਹਿਰੀ ਲੋਕਾਂ 'ਚ ਬੀਜੇਪੀ ਦਾ ਆਧਾਰ ਬਣਿਆ, ਲੇਕਿਨ ਜਦ ਤੱਕ ਪਿੰਡਾਂ ਦੇ ਵਿੱਚ ਆਧਾਰ ਨਹੀਂ ਬਣਦਾ, ਕੱਲਾ ਟਰੈਕਟਰ ਨਹੀਂ ਲਿਆ ਜਾਂਦਾ, ਨਾਲ ਟਰਾਲੀ ਵੀ ਲਈ ਜਾਂਦੀ। ਸੋ ਇਸ ਕਰਕੇ ਟਰੈਕਟਰ ਤੇ ਟਰਾਲੀ ਦਾ ਜੋੜਾ ਹੀ ਲੈਣਾ ਪੈਂਦਾ। ਸੋ ਇਸ ਕਰਕੇ ਇਸ ਵਕਤ ਬੀਜੇਪੀ ਦੀ ਸਥਿਤੀ ਇਹ ਹੈ ਕਿ ਬੀਜੇਪੀ ਕੋਲੇ ਟਰਾਲੀ ਹੈ ਨਹੀਂ, ਟਰੈਕਟਰ ਹੈ ਨਹੀਂ, ਟਰਾਲੀ ਤਾਂ ਬੀਜੇਪੀ ਆਪ ਹੈ। ਸੋ ਗੱਡਾ ਹੋਵੇ ਤਾਂ ਬਲਦ ਲਾ ਕੇ ਖਿੱਚਿਆ ਜਾਂਦਾ, ਸੋ ਟਰਾਲੀ ਨਹੀਂ ਚੱਲਦੀ ਬਲਦ ਨਾਲ ਵੀ। ਇਸ ਕਰਕੇ ਬੀਜੇਪੀ ਕੋਲੇ ਕੋਈ ਅਜਿਹਾ ਟਰੈਕਟਰ ਹੈ ਨਹੀਂ, ਖੇਤਰੀ ਚਿਹਰਾ ਹੈ ਨਹੀਂ ਜਿਹੜਾ ਬੀਜੇਪੀ ਨੂੰ ਅੱਗੇ ਵਧਾ ਸਕੇ। ਪੰਜਾਬ 'ਚ ਖਾਸ ਤੌਰ ਤੇ ਚਿੰਤਾ ਇਹ ਹੈ, ਔਰ ਦੇਸ਼ ਦੇ ਵਿੱਚ ਇਹ ਠੀਕ ਹੈ ਗੱਲ, ਬੀਜੇਪੀ ਦੀ ਚਿੰਤਾ ਹੈਗੀ 2024 ਦੀ, ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਕਮਜ਼ੋਰ ਹੋਈ ਜਾਂਦੀ। ਬੀਜੇਪੀ ਨੂੰ ਇਹ ਵੀ ਚਿੰਤਾ ਹੈ ਵੀ ਜੇ ਅਸੀਂ ਨਹੀਂ ਤਕੜੇ ਹੋ ਰਹੇ, ਕਾਂਗਰਸ ਕਿਉਂ ਕਮਜ਼ੋਰ ਹੋ ਰਹੀ, ਕਿਉਂਕਿ ਜਿਵੇਂ ਜਿਵੇਂ ਕਾਂਗਰਸ ਕਮਜ਼ੋਰ ਹੋਊਗੀ ਉਵੇਂ ਉਵੇਂ ਕਾਂਗਰਸੀ ਹੋਰ ਪਾਸੇ ਮੁੜਨਗੇ, ਭਾਵੇਂ ਬੀਜੇਪੀ 'ਚ ਨਾ ਜਾਣ। ਉਹ ਫਿਰ ਆਮ ਆਦਮੀ ਪਾਰਟੀ ਵਾਲੇ ਨੂੰ ਪਾਸੇ ਨੂੰ ਮੋੜਾ ਕੱਟ ਲੈਂਦੇ ਨੇ। ਇਹ ਵੀ ਚਿੰਤਾ ਬੀਜੇਪੀ ਦੀ ਕਿ ਜੇ ਕਾਂਗਰਸ ਨਿਤ ਦਿਨ ਕਮਜ਼ੋਰ ਹੁੰਦੀ ਗਈ, ਕਿਤੇ ਆਪ ਨਾ ਤਕੜੀ ਹੋ ਜੇ ਜਾਂ ਕਿਤੇ ਮਮਤਾ ਬਨਰਜੀ ਨਾ ਤਕੜੀ ਹੋ ਜੇ। ਹਾਲਾਂਕਿ ਮਮਤਾ ਬਨਰਜੀ ਪੱਛਮੀ ਬੰਗਾਲ 'ਚ ਤਕੜੇ ਹੈ, ਨਿਤਿਸ਼ ਕੁਮਾਰ ਵੱਖਰੇ ਹੋ ਗਏ ਬਿਹਾਰ ਦੇ ਵਿੱਚ। ਸੋ ਇਸ ਕਰਕੇ ਬੜੇ ਵੱਖਰੀ ਤਰ੍ਹਾਂ ਦੇ ਸਮੀਕਰਨਾਂ ਤੋਂ ਦੋ ਚਾਰ ਬੀਜੇਪੀ ਨੂੰ ਹੋਣਾ ਪੈ ਰਿਹਾ, ਔਰ ਇਹ ਚਿੰਤਾ ਬੀਜੇਪੀ ਨੂੰ ਇਸ ਵਕਤ ਤੰਗ ਕਰ ਰਹੀ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਕਮਜ਼ੋਰ ਹੋ ਰਹੀ ਹੈ। ਹਾਲਾਂਕਿ ਕਾਂਗਰਸ ਵਾਲਿਆਂ ਨੇ ਕੱਲ੍ਹ ਜ਼ੋਰ ਮਾਰਿਆ, ਹੱਲਾ ਬੋਲ ਰੈਲੀ ਕੀਤੀ, ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਲੀਡਰ ਗਏ, ਬੱਸਾਂ ਤੇ ਗਏ, ਕਾਰਾਂ ਤੇ ਗਏ। ਬੱਸਾਂ ਵਾਲੇ ਤਾਂ ਘੱਟ ਹੋਣਗੇ, ਸਾਡੇ ਵਰਗੇ ਸਧਾਰਨ ਲੋਕ, ਕਾਰਾਂ ਕੂਰਾਂ ਵਾਲੇ ਜ਼ਿਆਦਾ ਅੱਜ ਕੱਲ੍ਹ ਤਾਂ। ਉਹ ਲੀਡਰਾਂ ਨੇ ਬੱਸ ਕਰਕੇ ਤੋਰੀ ਹੋਵੇ ਉਹ ਗੱਲ ਵੱਖਰੀ ਹੈ, ਪਰ ਜ਼ੋਰ ਕਾਂਗਰਸ ਨੇ ਲਾਇਆ। ਲੇਕਿਨ ਭਾਰਤ ਜੋੜੋ ਯਾਤਰਾ ਵੀ ਰਾਹੁਲ ਗਾਂਧੀ ਨੇ ਐਲਾਨ ਕੀਤੀ ਹੈ, ਲੇਕਿਨ ਰਾਹੁਲ ਗਾਂਧੀ ਦੇ ਵਿੱਚ ਉਸ ਤਰੀਕੇ ਦਾ ਪ੍ਰਭਾਵ ਦਿਖਦਾ ਹੀ ਨਹੀਂ ਜਿਹੋ ਜਿਹਾ ਲੋਕ ਦੇਖਣਾ ਚਾਹੁੰਦੇ ਸੀ। ਇਹੋ ਜਿਹੀ ਗੱਲ ਨਹੀਂ ਵੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ। ਕਈ ਵਾਰੀ ਆਮ ਲੋਕ ਆਪਣੇ ਵੱਲੋਂ ਬੜਾ ਜ਼ੋਰ ਲਾਉਂਦੇ ਆ ਵੀ ਸ਼ਾਇਦ ਆਹ ਲੀਡਰ ਚੱਲ ਪਏ। ਕਈ ਖਿਡਾਰੀ ਵੀ ਸਾਡੇ ਮੁਲਕ 'ਚ ਇਹੋ ਜਿਹੇ ਹੋਏ, ਬੜੀ ਕੋਸ਼ਿਸ਼ ਕੀਤੀ ਅਸੀਂ ਨਹੀਂ ਚੱਲੇ। ਕਈ ਐਕਟਰ ਵੀ ਇਹੋ ਜਿਹੇ ਹੋਏ, ਉਹਨਾਂ ਦੇ ਦੋਸਤਾਂ ਨੇ, ਉਹਨਾਂ ਦੇ ਪਿਤਾ ਜੀ ਨੇ ਬਹੁਤ ਜ਼ੋਰ ਲਾਇਆ, ਫਿਲਮਾਂ ਬਣਾ ਨਹੀਂ ਚੱਲੀਆਂ ਫਿਲਮਾਂ। ਕਈ ਖਿਡਾਰੀ ਹੋਏ ਨੇ, ਉਹਨਾਂ ਨੇ ਆਪਣੇ ਪੁੱਤਰਾਂ 'ਤੇ ਬੜਾ ਜ਼ੋਰ ਲਾਇਆ, ਮੈਂ ਨਾਂ ਨਹੀਂ ਲੈਂਦਾ, ਸਾਡੇ ਅੱਖਾਂ ਦੇ ਸਾਹਮਣੇ ਨਾਂ ਆਈ ਜਾਂਦੇ, ਬੜਾ ਜ਼ੋਰ ਲਾਇਆ ਬਾਪੂਆਂ ਨੇ ਆਪਣੇ ਪੁੱਤਰਾਂ 'ਤੇ, ਨਹੀਂ ਚੱਲੇ। ਸੋ ਕਈ ਲੀਡਰ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਹੀਂ ਚੱਲਦੇ। ਇਹ ਕੁਦਰਤ ਹੀ ਗੱਲ ਹੈ, ਕੋਈ ਇਹਦੇ 'ਚ ਹੁਣ ਮੈਂ ਕੀ ਕਹਿ ਸਕਦਾ। ਪਰ ਉਮੀਦ ਰਾਹੁਲ ਗਾਂਧੀ ਤੋਂ ਬਹੁਤ ਲੋਕ ਰੱਖਦੇ ਆ ਵੀ ਰਾਹੁਲ ਗਾਂਧੀ ਚੱਲ ਪਏ। ਉੱਦਾਂ ਹਜੇ ਵੀ ਰਾਹੁਲ ਗਾਂਧੀ ਨਰਿੰਦਰ ਮੋਦੀ ਨੂੰ ਮੁਕਾਬਲਾ ਦੇਣ ਜੋਗੇ ਲੀਡਰ ਨਜ਼ਰ ਆਉਂਦੇ ਨਹੀਂ। ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਕੱਲ੍ਹ ਦੀ ਹੱਲਾ ਬੋਲ ਯਾਤਰਾ ਜਿਹੜੀ ਸੀ ਉਹਦੇ 'ਚ ਰਸ਼ ਰੁਸ਼ ਬਹੁਤ ਕੀਤਾ ਕਾਂਗਰਸ ਨੇ, ਅਤੇ ਹੁਣ ਭਾਰਤ ਜੋੜੋ ਯਾਤਰਾ ਵੀ ਕੱਢਣੀ ਹੈ। ਉਂਝ ਭਾਰਤ ਵੈਸੇ ਪਹਿਲਾਂ ਜੁੜਿਆ ਹੀ ਹੋਇਆ, ਭਾਰਤ ਕਦੀ ਵੱਖਰਾ ਹੋਇਆ ਨਹੀਂ। ਬਾਕੀ ਫਿਰ ਵੀ ਲੀਡਰਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਭਾਰਤ ਨੂੰ ਹੋਰ ਜੋੜਨ ਦੀ ਲੋੜ ਹੈ। ਸੋ ਠੀਕ ਹੈ, ਰਾਹੁਲ ਗਾਂਧੀ ਇਹ ਕੋਸ਼ਿਸ਼ ਕਰਨਗੇ, ਵੇਖਦੇ ਹਾਂ ਇਹਦਾ ਨਤੀਜਾ ਕੀ ਆਉਂਦਾ। ਹਰਜੋਤ ਜੀ ਡੱਲਾ ਜੀ, ਜਿਵੇਂ ਜਿਵੇਂ 2024 ਨੇੜੇ ਆ ਰਹੀ ਹੈ, ਸੋ ਸਿਆਸਤ ਉਸ ਨੂੰ ਵੇਖਦਿਆਂ ਕਿਤੇ ਨਾ ਕਿਤੇ ਰੁਖ ਜ਼ਰੂਰ ਬਦਲੇਗੀ। ਨਜ਼ਰਾਂ 2024 ਤੋਂ ਪਹਿਲਾਂ ਅਗਰ ਗੱਲ ਅਸੀਂ ਕਰ ਰਹੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਤੇ ਵੀ ਨਜ਼ਰਾਂ ਬਹੁਤ ਟਿਕੀਆਂ ਹੋਈਆਂ ਨੇ। ਵੱਡੀ ਗਿਣਤੀ ਵਿੱਚ ਪੰਜਾਬ ਦੇ ਲੀਡਰਾਂ ਦੀ ਜੇਕਰ ਗੱਲ ਕਰ ਲਈਏ, ਸਿਰਫ ਇੱਥੇ ਆਪਾਂ ਗੱਲ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਨਹੀਂ ਕਰ ਰਹੇ, ਬਾਕੀ ਧਿਰਾਂ ਦੇ ਜਿਹੜੇ ਲੀਡਰ ਨੇ ਉਹ ਵੀ ਜੋ ਹੈ ਨਵਜੋਤ ਸਿੰਘ ਸਿੱਧੂ ਵੱਲ ਵੇਖ ਰਹੇ ਨੇ। ਸੋ 2024 ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਕਿੰਨਾ ਵੱਡਾ ਫੈਕਟਰ ਹੋ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ? ਹਰਜੋਤ ਜੀ, ਜਿਹੜਾ ਤੁਸੀਂ ਸਵਾਲ ਕੀਤਾ ਹੈ ਪੰਜਾਬ ਨਾਲ ਸੰਬੰਧਿਤ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ 2024 ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਡਾ ਪ੍ਰਭਾਵ ਪਾਉਣਗੇ। ਦੇਖੋ, ਮਈ 2024 ਤੱਕ ਨਵੀਂ ਸਰਕਾਰ ਬਣਨੀ ਹੈ। ਇਹਦਾ ਮਤਲਬ ਹੈ ਵੋਟਾਂ ਪਹਿਲਾਂ ਪੈ ਜਾਣੀਆਂ ਨੇ। ਜੇ ਅਸੀਂ ਹੁਣ ਗੱਲ ਕਰੀਏ ਤਾਂ ਹੁਣ ਅਸੀਂ ਸਤੰਬਰ 'ਚ ਹਾਂ। ਸਤੰਬਰ, ਅਕਤੂਬਰ, ਨਵੰਬਰ, ਦਸੰਬਰ 4 ਮਹੀਨੇ, ਇਹ ਪੂਰਾ ਅਗਲਾ 1 ਸਾਲ
ਤੇ 1 ਸਾਲ 4 ਮਹੀਨੇ ਆ ਹੋ ਗਏ ਜੀ, ਤੇ ਜਨਵਰੀ ਫਰਵਰੀ ਮਾਰਚ ਅਪ੍ਰੈਲ 1 ਸਾਲ 8 ਮਹੀਨੇ ਇਹ ਸਮਾਂ ਰਹਿ ਗਿਆ 1 ਸਾਲ 8 ਮਹੀਨੇ ਦਾ। ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਜ਼ਾ ਜਿਹੜੀ ਉਹ ਵੀ ਲਗਭਗ 4 ਮਹੀਨੇ ਪੂਰੀ ਹੋ ਜਾਣੀ ਹੈ ਆ 20-21 ਤਰੀਕ ਨੂੰ। ਸੋ ਇਸ ਕਰਕੇ ਜੇ ਇਹ ਮੰਨ ਲਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਜ਼ਾ ਪੂਰੀ ਕਰਕੇ ਆਉਂਦੇ ਨੇ, ਛੁੱਟੀਆਂ ਕੱਟ ਕੇ, ਸਜ਼ਾ ਤਾਂ ਬਹੁਤ ਘੱਟ ਜਾਣੀ ਹੈ, ਪਰ ਫਿਰ ਵੀ 1 ਸਾਲ ਤੋਂ ਵੱਧ ਮਹੀਨੇ ਨਵਜੋਤ ਸਿੰਘ ਸਿੱਧੂ ਕੋਲੇ ਵੀ ਹੋਣਗੇ ਪੰਜਾਬ 'ਚ ਆ ਕੇ ਸਰਗਰਮ ਹੋਣ ਨੂੰ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿਸ ਤਰ੍ਹਾਂ ਦਾ ਟ੍ਰੈਂਡ ਦਿਖ ਰਿਹਾ ਸਾਨੂੰ, ਦੂਸਰੀਆਂ ਪਾਰਟੀਆਂ ਦੇ ਵੀ ਕਈ ਅਜਿਹੇ ਲੀਡਰ ਨੇ ਜਿਹੜੇ ਇਮਾਨਦਾਰ ਨੇ, ਨਿਰਪੱਖਤਾ ਦੇ ਨਾਲ ਪੰਜਾਬ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੇ ਨੇ। ਕਾਂਗਰਸ 'ਚ ਵੀ ਕਈ ਸੱਚੇ ਸੁੱਚੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਖੜੇ ਨੇ। ਤੇ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਤੇ ਭਗਵੰਤ ਮਾਨ ਦੀ ਇਮਾਨਦਾਰੀ ਤੇ ਨਰਿੰਦਰ ਮੋਦੀ ਦੀ ਇਮਾਨਦਾਰੀ, ਮੁਕਾਬਲਾ ਇਹਨਾਂ ਤਿੰਨਾਂ ਦੇ ਵਿੱਚ ਹੀ ਹੋਣਾ ਪੰਜਾਬ ਦੇ ਵਿੱਚ। ਹਾਲਾਂਕਿ ਅਕਾਲੀ ਦਲ ਤਦ ਤੱਕ ਕਿੱਥੇ ਖੜਾ ਹੋਊਗਾ ਇਹਦੇ ਬਾਰੇ ਹਜੇ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਅਕਾਲੀ ਸਿਆਸਤ ਵਕਤ ਤੇ ਮੋੜੇ ਲੈਂਦੀ ਹੈ। ਆਉਣ ਵਾਲੇ ਸਮੇਂ 'ਚ ਅਕਾਲੀ ਸਿਆਸਤ ਕਾਫੀ ਹੱਦ ਤੱਕ ਵਿਕਰਮ ਮਜੀਠੀਆ, ਸੁਖਬੀਰ ਸਿੰਘ ਬਾਦਲ ਕਿਵੇਂ ਵਿਚਰਦੇ ਨੇ ਅਕਾਲੀ ਦਲ 'ਚ, ਉਹਦੇ 'ਤੇ ਨਿਰਭਰ ਕਰਦੀ ਹੈ। ਉਂਝ ਇੱਕ ਗੱਲ ਤੈਅ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਵੱਖਰੀ ਪਾਰਟੀ ਬਣਾ ਲੈਂਦੇ ਨੇ ਤੇ ਫਿਰ ਪੰਜਾਬ 'ਚ ਮੈਨੂੰ ਲੱਗਦਾ ਜਿਹੜਾ ਮੁਕਾਬਲਾ ਹੈ ਬੀਜੇਪੀ ਦਾ ਤੇ ਨਵਜੋਤ ਸਿੰਘ ਸਿੱਧੂ ਦੀ ਨਵੀਂ ਪਾਰਟੀ ਦਾ ਹੋ ਸਕਦਾ ਸਿੱਧਮ ਸਿੱਧਾ। ਆਮ ਆਦਮੀ ਪਾਰਟੀ, ਅਸੀਂ ਸੰਗਰੂਰ ਦੀਆਂ ਚੋਣਾਂ 'ਚ ਸਥਿਤੀ ਦੇਖ ਲਈ। ਆਮ ਆਦਮੀ ਪਾਰਟੀ ਬਹੁਤ ਸਾਰੇ ਸਾਡੇ ਮਸਲੇ ਨੇ ਜਿਨ੍ਹਾਂ ਤੇ ਦਿਲਚਸਪੀ ਨਹੀਂ ਲੈ ਰਹੀ। ਖਾਸ ਤੌਰ ਤੇ ਪੰਜਾਬ 'ਚ ਜਿਹੜੇ ਪੰਥਕ ਏਜੰਡਾ ਹੈ, ਪੰਥਕ ਮੁੱਦੇ ਨੇ, ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ, ਇਹਦੇ ਤੇ ਆਮ ਆਦਮੀ ਪਾਰਟੀ ਬਹੁਤੀ ਦਿਲਚਸਪੀ ਨਹੀਂ ਲੈ ਰਹੀ, ਕੋਈ ਬਹੁਤੀ ਸਰਗਰਮੀ ਦਿਖੀ ਨਹੀਂ। ਕੇਜਰੀਵਾਲ ਨੇ ਤਾਂ ਇਲਜ਼ਾਮ ਲਾਇਆ ਸੀ, SGPC ਵਾਲਿਆਂ ਨੇ ਮੰਗ ਪੱਤਰ ਹੀ ਨਹੀਂ ਲਿਆ। ਇਹਨਾਂ ਚੀਜ਼ਾਂ ਦਾ, ਅਜਿਹੇ ਮੁੱਦਿਆਂ ਤੋਂ ਪਾਸਾ ਵੱਟਣ ਦਾ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋ। ਮੈਂ ਉਹੀ ਗੱਲ ਕਹਿ ਰਿਹਾ, ਜਿਸ ਤਰ੍ਹਾਂ ਦੀਆਂ ਦਿੱਕਤਾਂ ਬੀਜੇਪੀ ਵੱਲ ਸੀ, ਬੀਜੇਪੀ ਦੀਆਂ ਅੱਜ ਵੀ ਇਹ ਦਿੱਕਤਾਂ ਨੇ ਕਿ ਬੀਜੇਪੀ ਨੂੰ ਕਿਸਾਨੀ ਵੋਟ ਔਖੀ ਹੈ ਪੰਜਾਬ 'ਚ ਪੇਂਡੂ ਵੋਟ ਬੀਜੇਪੀ 'ਚ ਔਖੀ ਹੈ, ਕਿਉਂਕਿ ਬੀਜੇਪੀ ਅੱਜ ਵੀ ਪੇਂਡੂ ਵੋਟਰਾਂ 'ਚ, ਕਿਸਾਨ ਵੋਟਰਾਂ 'ਚ ਆਪਣੀ ਹਮਦਰਦੀ ਨਹੀਂ ਬਣਾ ਸਕੀ। ਤੇ ਆਮ ਆਦਮੀ ਪਾਰਟੀ ਉਸ ਪਾਸਿਓਂ ਜਾਣਬੁੱਝ ਕੇ ਧਿਆਨ ਦੂਜੇ ਪਾਸੇ ਕਰ ਰਹੀ ਆ, ਉਹ ਵੀ ਨੁਕਸਾਨ ਹੋਊਗਾ। ਸੋ ਮੈਨੂੰ ਇਹ ਲੱਗਦਾ 2024 ਦੇ ਨੇੜੇ ਜਾਂਦੇ ਕਿਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦਾ ਰੰਗ ਰੂਪ ਪੇਂਡੂ ਖੇਤਰਾਂ 'ਚ ਇੱਕੋ ਜਿਹਾ ਨਾ ਲੱਗਣ ਲੱਗੇ। ਪੋਲੀਟੀਕਲ ਰੰਗ ਰੂਪ, ਉਹ ਤਾਂ ਮੈਂ ਰੰਗ ਰੂਪ, ਜਾਤ ਪਾਤ ਕਿਸੇ 'ਚ ਕੋਈ ਮੈਂ ਭੇਦ ਨਹੀਂ ਕਰਦਾ। ਸੋ ਪੋਲੀਟੀਕਲ ਰੰਗ ਰੂਪ ਕਹਿੰਦੇ ਆ, ਜਿਵੇਂ ਹਰ ਵਸਤੂ ਦਾ ਰੰਗ ਹੁੰਦਾ ਕੋਈ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਅਗਰ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਪੋਲੀਟੀਕਲ ਦਿੱਖ ਇੱਕੋ ਜਿਹੀ ਬਣ ਗਈ 2024 ਦੇ ਨੇੜੇ ਤੱਕ ਪਹੁੰਚਦੇ, ਤੇ ਫਿਰ ਬੜੀਆਂ ਦਿਲਚਸਪ ਸਥਿਤੀਆਂ ਬਣਨਗੀਆਂ। ਜਿਵੇਂ ਸੰਗਰੂਰ 'ਚ ਆਪਸ਼ਨ ਲੋਕਾਂ ਕੋਲੇ ਸਿਰਫ ਸਿਮਰਨਜੀਤ ਸਿੰਘ ਮਾਨ ਬਚੇ ਸੀ, ਜਿੱਤ ਗਏ, ਬਜ਼ੁਰਗ ਜਿੱਤ ਗਏ। ਸੋ ਇਸ ਕਰਕੇ ਉਹ ਠੀਕ ਹੈ, ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਭਗਤ ਸਿੰਘ ਤੇ ਜਿਹੜੀ ਬਿਆਨਬਾਜ਼ੀ ਕੀਤੀ ਉਹਦੇ ਨਾਲ ਉਹਨਾਂ ਦਾ ਗ੍ਰਾਫ ਆਪ ਹੀ ਡਿੱਗ ਗਿਆ। ਕਈ ਵਾਰੀ 2-3 ਪਤੰਗ ਕੱਟ ਕੇ ਸਾਨੂੰ ਲੱਗਦਾ ਸਾਡੀ ਡੋਰ ਹੀ ਬੜੀ ਪੱਕੀ ਹੈ, ਕਈ ਵਾਰੀ ਅਸੀਂ ਇਹ ਭੁੱਲ ਜਾਂਦੇ ਹਾਂ ਵੀ ਭਾਈ ਹੋ ਸਕਦਾ ਦੂਸਰੇ ਧਾਗੇ ਨਾਲ ਪਤੰਗ ਵਧਾਉਂਦੇ ਹੋਣ। ਸੋ ਕਈ ਵਾਰੀ ਅਸੀਂ ਆਪਣਾ ਵਹਿਮ 'ਚ ਹੀ ਨੁਕਸਾਨ ਕਰਾ ਲੈਂਦੇ ਹਾਂ, ਡੋਰ ਸਾਡੀ ਪੱਕੀ ਨਹੀਂ ਹੁੰਦੀ। ਹੁਣ ਨਵਜੋਤ ਸਿੰਘ ਸਿੱਧੂ ਇਹ ਸਾਰੇ ਫੈਕਟਰਾਂ ਦੇ ਵਿੱਚ ਅਗਰ ਇਸ ਤਰੀਕੇ ਦੇ ਹਾਲਾਤ ਬਣ ਗਏ ਕਿ ਦੂਸਰੇ ਧਾਗੇ ਨਾਲ ਹੀ ਪਤੰਗ ਉਡਾਉਣ ਦੀਆਂ ਕੋਸ਼ਿਸ਼ਾਂ ਕਰਨਗੇ, ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਝੰਡੀ ਕਰ ਸਕਦਾ ਪੰਜਾਬ 'ਚ ਨਵੇਂ ਸਿਰੇ ਤੋਂ, ਜੇ ਪਾਰਟੀ ਵੱਖਰੀ ਬਣਾਉਂਦੇ ਨੇ ਨਵਜੋਤ ਸਿੰਘ ਸਿੱਧੂ। ਹਾਲਾਂਕਿ ਇਹ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਫੈਸਲਾ ਹੈ ਕਿ ਉਹ ਕੀ ਕਰਨਾ ਉਹਨਾਂ ਨੇ, ਕਿ ਉਹ ਕਾਂਗਰਸ 'ਚ ਹੀ ਰਹਿੰਦੇ ਨੇ ਜਾਂ ਆਪਣੀ ਪਾਰਟੀ ਬਣਾਉਂਦੇ ਨੇ। ਉਂਝ ਕਾਂਗਰਸ 'ਚ ਰਹਿੰਦੇ ਨੇ ਜੇ ਨਵਜੋਤ ਸਿੰਘ ਸਿੱਧੂ, ਤਾਂ ਫਿਰ ਕਾਂਗਰਸ ਦਾ ਔਖਾ ਲੱਗਦਾ ਹਾਲ ਦੀ ਘੜੀ। ਤਾਂ ਜਿਸ ਵੱਡੇ ਪੱਧਰ 'ਤੇ ਕਾਂਗਰਸ 'ਚ ਕਰਪਸ਼ਨ ਦਾ ਹੜ੍ਹ ਉਜਾਗਰ ਹੋ ਰਿਹਾ, ਜਦੋਂ ਨੂੰ 2024 ਹੋਣੀ, ਇਹ ਵੀ ਨਹੀਂ ਪਤਾ ਕਿੰਨੇ ਕਾਂਗਰਸੀ ਤਦ ਤੱਕ ਜਾਂ ਅੰਦਰ ਜਾ ਚੁੱਕੇ ਹੋਣਗੇ ਜਾਂ ਜਾਣ ਦੀ ਤਿਆਰੀ 'ਚ ਹੋਣਗੇ ਜਾਂ ਜ਼ਮਾਨਤਾਂ ਲੈ ਰਹੇ ਹੋਣਗੇ। ਇਸ ਕਰਕੇ ਕਰਪਸ਼ਨ ਦੇ ਇਲਜ਼ਾਮ ਤੋਂ ਬਾਅਦ ਕਿਸੇ ਲੀਡਰ ਦਾ ਵਾਪਸ ਆ ਕੇ ਸੈੱਟ ਹੋਣਾ ਬੜਾ ਔਖਾ ਹੁੰਦਾ। ਇਸ ਕਰਕੇ ਮੈਨੂੰ ਲੱਗਦਾ 2024 'ਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੱਡੀ ਰਹੂਗੀ। ਹਰਜੋਤ ਜੀ, ਅਗਰ ਉਹ ਆਪ ਵੀ ਚੋਣ ਲੜ ਪੈਣ ਨਵਜੋਤ ਸਿੰਘ ਸਿੱਧੂ, ਤਾਂ ਵੀ ਉਹ ਇੱਕ ਵੱਡੀ ਭੂਮਿਕਾ ਅਦਾ ਕਰ ਸਕਦੇ ਨੇ। ਬਾਕੀ ਇਹ ਤਾਂ ਹਜੇ ਵਕਤ ਦੂਰ ਹੈ, ਹਜੇ
ਜੇਲ੍ਹ 'ਚ ਉਹਨਾਂ ਦੀ ਰਿਹਾਈ ਹੁੰਦੀ ਹੈ, ਫੇਰ ਹੀ ਪੱਤੇ ਖੋਲਣਗੇ ਨਵਜੋਤ ਸਿੰਘ ਸਿੱਧੂ ਆਪਣੇ ਕਿ ਕੀ ਕਰਨਾ ਉਹਨਾਂ ਨੇ। ਡੱਲਾ ਜੀ, ਪੰਜਾਬ ਵਿੱਚ ਜਿਹੜੀ FIR ਦੇ ਉੱਪਰ ਸਿਆਸਤ ਹੋ ਰਹੀ ਹੈ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਸੁਖਪਾਲ ਖਹਿਰਾ ਨੇ, ਰਾਜਾ ਵੜਿੰਗ ਨੇ ਕਿਹਾ ਕਿ ਸਿਰਫ ਸਾਡੇ ਤੇ ਹੀ ਟਵੀਟ ਕਰਨ ਨੂੰ ਲੈ ਕੇ FIR ਕਿਉਂ ਦਰਜ ਕੀਤੀ ਗਈ ਹੈ, ਹੋਰ ਕਿਸੇ ਤੇ ਆਖਿਰ ਕਿਉਂ FIR ਦਰਜ ਨਹੀਂ ਕੀਤੀ ਗਈ? ਇਸ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਇਸ ਪਿੱਛੇ ਵੀ ਕੋਈ ਵੱਡੀ ਸਿਆਸਤ ਦਿਖ ਰਹੀ ਹੈ? ਕਿਉਂਕਿ ਜਿਸ ਤਰੀਕੇ ਨਾਲ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਨੇ ਸਵਾਲ ਖੜੇ ਕੀਤੇ ਨੇ, ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ FIR ਨੂੰ ਲੈ ਕੇ ਜਿਹੜੀ ਸਿਆਸਤ ਹੋ ਰਹੀ ਹੈ? ਦੇਖੋ, ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਤੇ ਕੇਸ ਦਰਜ ਕੀਤਾ ਗਿਆ, FIR ਦਰਜ ਕੀਤੀ ਗਈ ਹੈ। ਉਹਨਾਂ ਨੇ ਇੱਕ ਲਿਸਟ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਤੇ, ਜਿਹੜੇ ਨਵੇਂ ਚੇਅਰਮੈਨ ਨਿਯੁਕਤ ਹੋਏ ਸੀ। ਸੋ ਉਹਦੇ ਤੇ ਪੂਰਾ ਵਿਵਾਦ ਬਣ ਗਿਆ। ਸੁਖਪਾਲ ਖਹਿਰਾ ਉਹਨਾਂ ਦਾ ਬਿਆਨ ਆਇਆ ਹੈ ਕਿ ਇਹ ਤਾਂ BJP ਨੇ ਵੀ ਸ਼ੇਅਰ ਕੀਤੀ ਸੀ, ਸਾਡੇ ਤੇ ਹੀ ਪਰਚਾ ਕਿਉਂ, FIR ਕਿਉਂ? ਉਹ ਕਹਿੰਦੇ ਇਹ ਤਾਂ ਸਿਆਸੀ ਬਦਲਾਖੋਰੀ ਜਾਂ ਸਿਆਸੀ ਧੱਕਾ ਸਾਡੇ ਨਾਲ ਹੋ ਰਿਹਾ। ਰਾਜਾ ਵੜਿੰਗ ਨੇ ਵੀ ਇਹਦੇ ਤੇ ਸਵਾਲ ਚੱਕੇ ਨੇ ਵੀ FIR ਨਹੀਂ ਹੋਣੀ ਚਾਹੀਦੀ ਸੀ। ਬਾਕੀ ਇਹ FIR ਦੀ ਸਿਆਸਤ ਬੜੀ ਹੈਰਾਨੀਜਨਕ ਹੁੰਦੀ ਹੈ ਹਰਜੋਤ ਜੀ। ਪਹਿਲਾਂ ਬੀਬੀ ਅਲਕਾ ਲਾਂਬਾ ਤੇ ਵੀ FIR ਹੋਈ ਸੀ, ਫਿਰ ਇੱਕ ਦਿੱਲੀ ਦੇ ਲੀਡਰ ਸੀ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਤੇ ਵੀ FIR ਹੋਈ ਸੀ। ਕੁਮਾਰ ਵਿਸ਼ਵਾਸ ਤੇ ਵੀ FIR ਹੋਈ ਸੀ। ਉਹਨਾਂ FIRs ਦੇ ਵਿੱਚ ਸ਼ੁਰੂ 'ਚ ਜਿੰਨੀ ਤੇਜ਼ੀ ਦਿਖਾਈ ਗਈ, ਪੰਜਾਬ ਪੁਲਿਸ ਦਿੱਲੀ ਭੇਜੀ ਗਈ, ਨੋਟਿਸ ਦੇ ਕੇ ਆਈ, ਗ੍ਰਿਫਤਾਰੀ ਕਰਕੇ ਲਿਆਈ ਇੱਕ ਤਾਂ ਦਿੱਲੀ ਵਾਲੇ BJP ਦੇ ਲੀਡਰ ਨੂੰ, ਫਿਰ ਉਹ ਮੋੜਨਾ ਪਿਆ। ਹੁਣ ਇਹਨਾਂ FIRs 'ਚ ਆਉਂਦੇ ਸਮੇਂ 'ਚ ਕੀ ਬਣਦਾ ਹੈ ਇਹ ਵਕਤ ਦੱਸੂਗਾ, ਕਿਉਂਕਿ ਹੋ ਸਕਦਾ ਜਦੋਂ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਨੇ ਸ਼ੇਅਰ ਕੀਤੀ ਹੋਵੇ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕੀਤੀ ਹੋਣੀ ਹੈ। ਹੁਣ ਕੀ ਪੰਜਾਬ ਦੀ ਪੁਲਿਸ ਉਹਨਾਂ ਸਾਰੇ ਲੋਕਾਂ ਦੇ ਕੇਸ ਦਰਜ ਕਰੂ ਜਿਨ੍ਹਾਂ ਨੇ ਸ਼ੇਅਰ ਕਰਨੀ ਸ਼ੁਰੂ ਕੀਤੀ ਸੀ? ਕਿਉਂਕਿ ਜਦੋਂ ਕੋਈ ਚੀਜ਼ ਪਹਿਲਾਂ ਬਹੁਤ ਸਾਰੇ ਲੋਕ ਸ਼ੇਅਰ ਕਰ ਦਿੰਦੇ ਨੇ, ਉਸ ਤੋਂ ਬਾਅਦ ਤੁਸੀਂ ਵੀ ਸ਼ੇਅਰ ਕਰ ਦਿੰਦੇ ਹੋ, ਤੇ ਕੀ ਫਿਰ ਤੁਹਾਡੇ ਤੇ ਚੁਣ ਕੇ ਹੀ ਕੇਸ ਦਰਜ ਕੀਤਾ ਜਾ ਸਕਦਾ ਵੀ ਇਹ ਦੋ ਬੰਦਿਆਂ ਨੇ ਸ਼ੇਅਰ ਕੀਤੀ ਹੈ, ਇਹਨਾਂ ਤੇ ਵੀ ਕਰ ਦਿਓ, ਬਾਕੀਆਂ ਨੇ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਉਹਨਾਂ ਬਾਰੇ ਫੇਰ ਸੋਚਾਂਗੇ? ਇਹ ਇੱਕ ਬਹੁਤ ਕਾਨੂੰਨੀ ਨੁਕਤੇ ਵਾਲਾ ਮਾਮਲਾ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ, ਮੈਨੂੰ ਲੱਗਦਾ। ਬਾਕੀ ਠੀਕ ਹੈ ਜੀ, ਇਹ ਹਮੇਸ਼ਾ ਪਰਚਿਆਂ ਦੀ ਸਿਆਸਤ ਤਾਂ ਹੁੰਦੀ ਰਹੀ ਹੈ ਸਾਡੇ ਮੁਲਕ 'ਚ। ਤੇ ਡੱਲਾ ਜੀ, ਜ਼ਰੂਰ ਚਾਹਾਂਗੇ ਕਿ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਤੱਕ ਅਪਡੇਟ ਜੋ ਹੈ ਪੰਜਾਬ ਦੇ ਬਜ਼ੁਰਗ ਲੀਡਰ ਤੇ ਪੰਜਾਬ ਦੇ 5 ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੀ ਗੱਲ ਕਰ ਲਈਏ, ਕਿਉਂਕਿ ਉਹਨਾਂ ਦੀ ਹਾਲਤ ਵਿਗੜੀ ਹੈ। ਖਬਰਾਂ ਆ ਰਹੀਆਂ ਨੇ ਉਹਨਾਂ ਨੂੰ PGI ਵਿੱਚ ਜੋ ਹੈ ਭਰਤੀ ਵੀ ਕਰਵਾਇਆ ਗਿਆ, ਤੇ ਹੁਣ ਤਾਜ਼ਾ ਅਪਡੇਟ ਕੀ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ? ਦੇਖੋ, ਮੀਡੀਆ ਦੇ ਜ਼ਰੀਏ ਹੀ ਜਾਣਕਾਰੀ ਮਿਲੀ ਹੈ, ਓਫੀਸ਼ੀਅਲ ਇਨਫੋਰਮੇਸ਼ਨ ਤਾਂ ਹਜੇ ਤੱਕ ਮੈਂ ਇੰਤਜ਼ਾਰ ਕਰ ਰਿਹਾ। ਪ੍ਰਕਾਸ਼ ਸਿੰਘ ਬਾਦਲ 94 ਸਾਲ ਦੇ ਸਾਡੇ ਬੜੇ ਸਿਆਣੇ ਬਜ਼ੁਰਗ ਨੇ, 5 ਵਾਰ ਦੇ ਮੁੱਖ ਮੰਤਰੀ ਨੇ। ਤਬੀਅਤ ਕਹਿੰਦੇ ਹਲਕਾ ਬੁਖਾਰ ਸੀ, ਜਿਸ ਕਰਕੇ ਉਹਨਾਂ ਨੂੰ PGI ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਕਿ ਸਾਵਧਾਨੀ ਵਰਤੀ ਜਾਵੇ। ਉਂਝ ਘਰਾਂ 'ਚ ਵੀ ਆਪਣੇ ਅਗਰ ਕੋਈ ਸਿਆਣਾ ਬਜ਼ੁਰਗ ਹੋਵੇ, ਬਿਮਾਰ ਹੋ ਜੇ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਲਦ ਤੋਂ ਜਲਦ ਆਪਾਂ ਹਸਪਤਾਲ ਭਰਤੀ ਕਰਾ ਲਈਏ। ਉੱਥੇ ਹਰ ਵੇਲੇ ਡਾਕਟਰ ਉਪਲਬਧ ਰਹਿੰਦੇ ਨੇ, ਮੌਕੇ 'ਤੇ ਤੁਰੰਤ ਟੈਸਟ ਹੋ ਜਾਂਦੇ ਨੇ। ਨਾਲੇ ਗਰੀਬ ਬੰਦਾ ਤਾਂ ਸੋਚਦਾ ਵੀ ਪੈਸੇ ਇਕੱਠੇ ਕਰ ਲਈਏ, 4 ਦੇਖ ਲਈਏ, ਕੱਲ੍ਹ ਕਰ ਲਾਂਗੇ, ਜੇ ਨਾ ਉਤਰਿਆ ਬੁਖਾਰ 2 ਦਿਨ ਹੋਰ ਇੰਤਜ਼ਾਰ ਕਰ ਲਈਏ। ਜਿਨ੍ਹਾਂ ਕੋਲੇ 4 ਪੈਸੇ ਸਰਦੇ ਹੋਣ ਉਹ ਤਾਂ ਤੁਰੰਤ ਚਲੇ ਜਾਂਦੇ ਨੇ। ਨਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਸਾਬਕਾ ਮੁੱਖ ਮੰਤਰੀ ਨੇ, ਪ੍ਰਕਾਸ਼ ਸਿੰਘ ਬਾਦਲ ਤਾਂ ਉਹਨਾਂ ਦਾ ਤਾਂ ਮੈਨੂੰ ਲੱਗਦਾ ਇਲਾਜ ਸਹੂਲਤ ਹੁੰਦੀ ਹੋਣੀ ਮੈਡੀਕਲ ਦੀ, ਇਹ ਨਹੀਂ ਪਤਾ ਹਜੇ। ਪੈਨਸ਼ਨ ਤਾਂ ਇੱਕ ਹੋ ਗਈ ਸਾਰਿਆਂ ਦੀ, ਮੈਡੀਕਲ ਦੀ ਸਹੂਲਤ ਵੀ ਹੁੰਦੀ ਹੋਣੀ MLA ਨੂੰ, ਜਿਹੜੇ ਐਕਸ MLA ਜਾਂ ਐਕਸ ਮੁੱਖ ਮੰਤਰੀ ਹੈ। ਉਂਝ ਚਲੋ ਉੱਦਾਂ ਪਰਿਵਾਰ ਸਰਦਾ, ਪੂਰਾ ਰੱਜਦਾ ਪੁੱਜਦਾ ਪਰਿਵਾਰ ਹੈ। ਸੋ PGI 'ਚ ਭਰਤੀ ਕਰਾਉਣਾ ਠੀਕ ਗੱਲ ਹੈ, ਤਾਂ ਕਿ ਸਮੇਂ ਸਿਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਇਲਾਜ ਮਿਲੇ। ਔਰ ਜਲਦੀ ਦੁਆ ਕਰਦੇ ਹਾਂ ਕਿ ਸਿਹਤਮੰਦ ਹੋ ਕੇ ਵਾਪਸ ਆਪਣੇ ਪਰਿਵਾਰ 'ਚ ਆਉਣ। ਸੋ ਪੰਜਾਬ ਦੀ ਸਿਆਸਤ 'ਚ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਅਗਰ ਉਹਨਾਂ ਦੇ ਫੈਸਲਿਆਂ 'ਤੇ ਕਿੰਤੂ ਪਰੰਤੂ ਹੈ, ਤੇ ਉਹਨਾਂ ਦੇ ਚੰਗੇ ਫੈਸਲੇ ਵੀ ਬਹੁਤ ਹੈ। ਦੇਖੋ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਰਜੋਤ ਜੀ, ਪੰਜਾਬ 'ਚ ਜਿੰਨਾ ਵਿਕਾਸ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ 'ਚ ਹੋਇਆ, ਜਿੰਨਾ ਵਿਕਾਸ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਇਆ, ਉਹਨਾਂ ਕਿਸੇ ਦੇ ਰਾਜ 'ਚ ਨਹੀਂ ਹੋਇਆ, ਔਰ ਨਾ ਹੀ ਛੇਤੀ ਹੁੰਦਾ ਦਿਖਦਾ। ਕਿਉਂਕਿ ਹੁਣ ਵਾਲਿਆਂ ਕੋਲੇ ਪੰਜਾਬ ਦੇ ਵਿਕਾਸ ਵਾਲੀ ਉਸ ਤਰੀਕੇ ਦੀ ਨੀਤੀ ਦਿਖਦੀ ਨਹੀਂ। ਪ੍ਰਕਾਸ਼ ਸਿੰਘ ਬਾਦਲ ਤਾਂ ਵਿਰੋਧੀਆਂ ਕੋਲੇ, ਮਨਮੋਹਨ ਸਿੰਘ ਉਹਨਾਂ ਕੋਲੇ ਵੀ ਫੁੱਲ ਲੈ ਕੇ ਚਲੇ ਜਾਂਦੇ ਸੀ, ਇਹ ਉਹਨਾਂ ਦੀ ਖਾਸੀਅਤ ਸੀ। ਫੁੱਲ ਲੈ ਕੇ ਜਾਂਦੇ ਸੀ ਤੇ ਪੰਜਾਬ ਦੇ ਲਈ ਪੈਸਾ ਮਨਜ਼ੂਰ ਕਰਕੇ ਆ ਜਾਂਦੇ ਸੀ। ਸੋ ਇਸ ਕਰਕੇ ਸੁਖਬੀਰ ਨੂੰ ਥੋੜ੍ਹੀ ਜਿਹੀ ਕਮੀ ਰਹਿ ਗਈ। ਸੁਖਬੀਰ ਵੀ ਉਸੇ ਤਰ੍ਹਾਂ ਦੀ ਆਦਤ ਪਾ ਲੈਂਦੇ ਤਾਂ ਟਰੱਕ ਜ਼ਰੂਰ ਆ ਜਾਂਦਾ, ਅਰੁਣ ਜੇਤਲੀ ਜੀ ਵਾਲਾ, ਪੰਜਾਬ 'ਚ ਪੈਸਿਆਂ ਵਾਲਾ, ਨੋਟਾਂ ਵਾਲਾ ਟਰੱਕ। ਬਾਕੀ ਸਿਆਸਤ ਹੈ,
ਸਿਆਸਤ 'ਚ ਚੀਜ਼ਾਂ ਘਾਟੇ ਵਾਧੇ ਦੀਆਂ ਚੱਲਦੀਆਂ ਨੇ। ਉਂਝ ਪ੍ਰਕਾਸ਼ ਸਿੰਘ ਬਾਦਲ ਜਲਦ ਸਿਹਤਮੰਦ ਹੋਣ, ਇਹ ਸਾਡੀ ਕਾਮਨਾ ਹੈ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ, ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰਦੇ ਨੇ, ਕਮੈਂਟਸ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕਰਦੇ ਆ ਸਾਡੇ ਨਾਲ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ, ਬਹੁਤ ਬਹੁਤ ਧੰਨਵਾਦ।